ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਆਉਣ ਵਾਲੇ ਯਾਤਰੀਆਂ ਦੇ ਲਈ 에ਅਰਪੋਰਟ ਤੇ ਲੈਂਡ ਕਰਦੇ ਵੇਲੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਬਰਕਰਾਰ, ਵਿਸਥਾਰ ਦੇ ਨਾਲ ਪਾਬੰਦੀਆਂ ਤੇ ਇੱਕ ਨਜ਼ਰ। ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਡਰੱਗ ਐਗਜ਼ੰਪਸ਼ਨ ਦਾ ਨਹੀਂ ਕੀਤਾ ਜਾਏਗਾ ਵਿਸਥਾਰ। ਟਰੂਡੋ ਸਰਕਾਰ ਨੇ ਕਿਹਾ ਇਸ ਫੈਸਲੇ ਦੇ ਪੜਾਅ ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ। ਪੁਲਿਸ ਨੇ 3 ਵਿਅਕਤੀਆਂ ਨੂੰ 7 ਚੋਰੀ ਦੇ ਲੈਕਸਸ ਵਾਹਨਾਂ ਸਣੇ ਕੀਤਾ ਕਾਬੂ। ਪੂਰਬੀ ਕੈਨੇਡਾ ਤੇ ਫਿਰ ਵਿਦੇਸ਼ਾਂ 'ਚ ਭੇਜੇ ਜਾਣੇ ਸੀ ਵਾਹਨ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਸਰਕਾਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ 1 ਮਹੀਨੇ ਦੇ ਲਈ ਹੋਰ ਜਿਹੜੀਆਂ 에ਅਰਪੋਰਟ ਦੇ ਉੱਤੇ ਜਾਂ ਲੈਂਡ ਜ਼ਰੀਏ ਜਿਹੜੇ ਯਾਤਰੀ ਆ ਰਹੇ ਨੇ ਉਹਨਾਂ ਲਈ ਪਾਬੰਦੀਆਂ ਵਧਾਈਆਂ ਗਈਆਂ ਨੇ। ਪਰ ਇਹ ਪਾਬੰਦੀਆਂ ਕਿਹੜੀਆਂ ਹੋਣਗੀਆਂ, ਕਿਹੜੇ ਉਹ ਲੋਕ ਨੇ ਜਿਹੜੇ 에ਅਰਪੋਰਟ ਤੇ ਸਫ਼ਰ ਕਰ ਸਕਦੇ ਨੇ, ਸਫ਼ਰ ਦੌਰਾਨ ਕਿਹੜੇ ਨਿਯਮਾਂ ਦਾ ਉਹਨਾਂ ਨੂੰ ਖਿਆਲ ਰੱਖਣਾ ਪਏਗਾ, ਕੀ ਕੁਆਰੰਟੀਨ ਲਾਜ਼ਮੀ ਹੋਏਗਾ, ਕੀ ਮਾਸਕ ਪਾਉਣਾ ਲਾਜ਼ਮੀ ਹੋਏਗਾ, ਅਰਾਈਵ ਕੈਨ ਐਪ ਦੇ ਉੱਤੇ ਕਿੰਨੇ ਘੰਟੇ ਪਹਿਲਾਂ ਜਾਣਕਾਰੀ ਜਿਹੜੀ ਹੈ ਉਹ ਆਪਣੀ ਭਰਨੀ ਹੋਏਗੀ, ਜਿਹੜਾ ਪ੍ਰੀ ਕੋਵਿਡ ਟੈਸਟ ਹੈ ਕੀ ਉਹ ਜ਼ਰੂਰੀ ਹੋਏਗਾ। ਇਹ ਸਾਰੀਆਂ ਜਿਹੜੇ ਨਿਯਮ ਨੇ ਉਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਸ਼ਰਤਾਂ ਹੋਣਗੀਆਂ ਔਰ ਇਸ ਤੋਂ ਇਲਾਵਾ ਜਿਹੜੇ ਕਰੂਜ਼ ਸ਼ਿਪ ਰਾਹੀਂ ਯਾਤਰਾ ਕਰ ਰਹੇ ਨੇ ਉਹਨਾਂ ਲਈ ਵੀ ਕਿਹੜੇ ਨਿਯਮ ਸੈੱਟ ਕੀਤੇ ਗਏ ਨੇ। ਆਓ ਜਾਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ। ਸਰਹੱਦ ਤੇ ਕੋਵਿਡ-19 ਪਾਬੰਦੀਆਂ ਘੱਟੋ-ਘੱਟ 1 ਹੋਰ ਮਹੀਨੇ ਲਈ ਲਾਗੂ ਰਹਿਣ ਤੇ ਕੁਝ ਕੈਨੇਡੀਅਨਾਂ ਨੂੰ ਇਹ ਨਿਯਮ ਹੀ ਇਸ ਸੰਬੰਧੀ ਜਾਣਕਾਰੀ ਦੀ ਲੋੜ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਐਲਾਨ ਕੀਤਾ ਹੈ ਕਿ ਕੈਨੇਡੀਅਨ ਹਵਾਈ ਅੱਡਿਆਂ ਤੇ ਜ਼ਮੀਨੀ ਸਰਹੱਦਾਂ ਤੇ ਕਈ ਮਹਾਮਾਰੀ ਪਾਬੰਦੀਆਂ ਨੂੰ ਵਧਾਇਆ ਜਾਏਗਾ, ਜਿਸ ਵਿੱਚ ਵੈਕਸੀਨ ਦੇ ਆਦੇਸ਼, ਬੇਤਰਤੀਬੇ ਕੋਵਿਡ-19 ਟੈਸਟ ਤੇ ਅਰਾਈਵ ਕੈਨ ਐਪ ਦੀ ਲਾਜ਼ਮੀ ਵਰਤੋਂ ਸ਼ਾਮਿਲ ਹੈ, ਘੱਟੋ-ਘੱਟ 30 ਜੂਨ ਤੱਕ। ਹਾਲਾਂਕਿ ਕੁਝ ਕੈਨੇਡੀਅਨ ਅਜੇ ਵੀ ਯਾਤਰਾ ਕਰਨ ਸੰਬੰਧੀ ਚਿੰਤਿਤ ਹੋ ਸਕਦੇ ਨੇ। ਕੁਝ ਮਹਾਮਾਰੀ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਬਾਅਦ ਛੁੱਟੀਆਂ ਲੈਣ ਲਈ ਤਿਆਰ ਨੇ। ਪ੍ਰੀ ਐਂਟਰੀ ਟੈਸਟ ਦੀ ਹੁਣ ਲੋੜ ਨਹੀਂ। 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਹਵਾ, ਜ਼ਮੀਨ ਜਾਂ ਪਾਣੀ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਨੈਗੇਟਿਵ ਪ੍ਰੀ ਐਂਟਰੀ ਕੋਵਿਡ-19 ਦੇ ਨਤੀਜੇ ਦੇਣ ਦੀ ਲੋੜ ਨਹੀਂ ਹੈ। ਯਾਤਰੀਆਂ ਨੂੰ ਹਵਾਈ ਅੱਡੇ ਤੇ ਅਜੇ ਵੀ ਲਾਜ਼ਮੀ ਬੇਤਰਤੀਬੇ PCR ਟੈਸਟਿੰਗ ਦੇ ਅਧੀਨ ਕੀਤਾ ਜਾ ਸਕਦਾ ਹੈ। ਨਵੇਂ ਉੱਭਰ ਰਹੇ ਕੋਵਿਡ-19 ਰੂਪਾਂ ਦੀ ਨਿਗਰਾਨੀ ਕਰਨ ਦੇ ਲਈ ਹਾਲਾਂਕਿ ਉਹਨਾਂ ਨੇ ਨਤੀਜਿਆਂ ਦੀ ਉਡੀਕ ਕਰਦੇ ਹੋਏ ਉਹਨਾਂ ਨੂੰ ਅਲੱਗ-ਥਲੱਗ ਕਰਨ ਦੀ ਲੋੜ ਨਹੀਂ ਹੋਵੇਗੀ। 25 ਅਪ੍ਰੈਲ ਤੋਂ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਜੋ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਨਾਲ ਯਾਤਰਾ ਕਰ ਰਹੇ ਨੇ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਕੋਵਿਡ-19 ਟੈਸਟ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ, ਚਾਹੇ ਬੱਚੇ ਦਾ ਟੀਕਾਕਰਨ ਕੀਤਾ ਹੈ ਜਾਂ ਨਹੀਂ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰੀ ਐਂਟਰੀ ਕੋਵਿਡ-19 ਟੈਸਟ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਟੀਕਾਕਰਨ ਦੀਆਂ ਲੋੜਾਂ ਲਈ ਛੋਟ ਦਿੱਤੀ ਗਈ ਹੈ। ਅਰਾਈਵ ਕੈਨ ਐਪ ਦੀ ਵਰਤੋਂ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ, ਬੇਸ਼ੱਕ ਉਹ ਸਿਟੀਜ਼ਨਸ਼ਿਪ ਤੇ ਨੇ, ਕੈਨੇਡਾ ਪਹੁੰਚ ਤੋਂ ਪਹਿਲਾਂ ਆਪਣੀ ਸਿਹਤ ਜਾਣਕਾਰੀ ਜਮ੍ਹਾਂ ਕਰਵਾਉਣ ਦੇ ਲਈ ਅਜੇ ਵੀ ਅਰਾਈਵ ਕੈਨ ਐਪ ਦੀ ਵਰਤੋਂ ਕਰਨੀ ਪਵੇਗੀ। ਯਾਤਰੀਆਂ ਨੂੰ ਐਂਟਰੀ ਪੋਰਟ ਤੇ ਪਹੁੰਚਣ ਤੋਂ ਪਹਿਲਾਂ 72 ਘੰਟੇ ਦੇ ਅੰਦਰ ਅਰਾਈਵ ਕੈਨ ਦੇ ਵਿੱਚ ਆਪਣੀ ਜਾਣਕਾਰੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਜਿਹੜੇ ਯਾਤਰੀ ਆਪਣੀ ਅਰਾਈਵ ਕੈਨ ਸਪੁਰਦਗੀ ਨੂੰ ਪੂਰਾ ਕੀਤੇ ਬਿਨਾਂ ਪਹੁੰਚਦੇ ਨੇ ਉਹਨਾਂ ਨੂੰ ਟੀਕਾਕਰਨ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਪਹੁੰਚਣ ਤੇ ਉਹਨਾਂ ਦੇ 14 ਦਿਨ ਕੁਆਰੰਟੀਨ ਦੇ 8ਵੇਂ ਦਿਨ ਟੈਸਟ ਕਰਨਾ ਪੈ ਸਕਦਾ ਹੈ। ਵਿਦੇਸ਼ੀ ਨਾਗਰਿਕਾਂ ਨੂੰ ਵੀ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਜੇਕਰ ਉਹਨਾਂ ਨੇ ਆਪਣੀ ਅਰਾਈਵ ਕੈਨ ਸਪੁਰਦਗੀ ਨੂੰ ਪੂਰਾ ਨਹੀਂ ਕੀਤਾ ਹੈ। ਕੋਈ ਵੀ ਯਾਤਰੀ ਜੋ ਅਰਾਈਵ ਕੈਨ ਦੀ ਵਰਤੋਂ ਕਰਦੇ ਹੋਏ ਆਪਣੀ ਜਾਣਕਾਰੀ ਤੇ ਟੀਕਾਕਰਨ ਦਾ ਸਬੂਤ ਪੇਸ਼ ਕਰਨ ਦੇ ਵਿੱਚ ਅਸਫਲ ਰਹਿੰਦਾ ਹੈ ਨੂੰ 5000 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਫੈਡਰਲ ਸਰਕਾਰ ਨੇ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕਿਸੇ ਵੀ ਕੋਵਿਡ-19 ਲੱਛਣਾਂ ਦੀ ਨਿਗਰਾਨੀ ਕਰਨ ਤੇ ਉਹਨਾਂ ਦੀ ਰਿਪੋਰਟ ਕਰਨ ਦੀ ਆਪਣੀ ਲੋੜ ਨੂੰ ਘਟਾ ਦਿੱਤਾ ਹੈ। ਵਿਦੇਸ਼ਾਂ ਤੋਂ ਯਾਤਰਾ ਕਰਨ ਵਾਲਿਆਂ ਨੂੰ ਵੀ ਕੈਨੇਡਾ ਪਹੁੰਚਣ ਤੋਂ ਬਾਅਦ ਪਹਿਲੇ 14 ਦਿਨ ਦੇ ਲਈ ਨਜ਼ਦੀਕੀ ਸੰਪਰਕਾਂ ਤੇ ਉਹਨਾਂ ਥਾਵਾਂ ਦੀ ਸੂਚੀ ਰੱਖਣ ਦੀ ਲੋੜ ਨਹੀਂ ਹੋਵੇਗੀ ਜਿਨ੍ਹਾਂ ਦਾ ਦੌਰਾ ਕੀਤਾ ਗਿਆ ਸੀ। ਪ੍ਰੀ ਐਂਟਰੀ ਟੈਸਟ ਦੀਆਂ ਜ਼ਰੂਰਤਾਂ ਨੂੰ ਖਤਮ ਕਰਨ ਦੇ ਬਾਵਜੂਦ ਸੰਘੀ ਨਿਰੰਤਰਿਤ ਹਵਾਈ, ਰੇਲ ਤੇ ਸਮੁੰਦਰੀ ਆਵਾਜਾਈ ਤੇ ਸਵਾਰ ਹੋਣ ਦੇ ਲਈ ਸਰਕਾਰ ਦੁਆਰਾ ਪ੍ਰਵਾਨਿਤ ਕੋਵਿਡ-19 ਟੀਕੇ ਨਾਲ ਪੂਰੀ ਤਰ੍ਹਾਂ ਟੀਕਾਕਰਨ ਦੀ ਜ਼ਰੂਰਤ ਲਾਗੂ ਰਹਿੰਦੀ ਹੈ। ਜਦੋਂ ਤੱਕ ਹੋਰ ਛੋਟ ਨਹੀਂ ਦਿੱਤੀ ਜਾਂਦੀ, 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀ ਜੋ ਪੂਰੀ ਤਰ੍ਹਾਂ ਟੀਕਾਕਰਨ ਦੇ ਯੋਗ ਨਹੀਂ ਹਨ, ਯਾਤਰਾ ਲਈ ਸਵੀਕਾਰ ਕੀਤੀ ਗਈ ਕੋਵਿਡ-19 ਵੈਕਸੀਨ ਦੀਆਂ ਘੱਟੋ-ਘੱਟ 2 ਖੁਰਾਕਾਂ ਜਾਂ 2 ਟੀਕਿਆਂ ਦੇ ਮਿਸ਼ਰਣ ਨੂੰ ਪ੍ਰਾਪਤ ਕਰ ਚੁੱਕੇ ਨੇ, ਉਹਨਾਂ ਨੂੰ ਪ੍ਰੀ ਨੈਗੇਟਿਵ ਐਂਟਰੀ ਟੈਸਟ ਸਬੂਤ ਦਿਖਾਉਣਾ ਹੋਵੇਗਾ। ਫਿਲਹਾਲ ਟੀਕਾਕਰਨ ਕੀਤੇ ਜਾਂ ਨਾ ਕੀਤੇ ਯਾਤਰੀ ਘੱਟੋ-ਘੱਟ 10 ਦਿਨ ਤੇ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ
ਉਹਨਾਂ ਦੇ ਨਿਰਧਾਰਤ ਉਡਾਨ ਦੇ ਰਵਾਨਗੀ ਦੇ ਸਮੇਂ ਜਾਂ ਜ਼ਮੀਨੀ ਸਰਹੱਦ ਤੇ ਪਹੁੰਚਣ ਤੋਂ 180 ਦਿਨ ਪਹਿਲਾਂ ਲਿਆ ਗਿਆ ਇੱਕ ਪੋਜ਼ਿਟਿਵ ਮੋਲੀਕਿਊਲਰ ਟੈਸਟ ਵੀ ਪ੍ਰਦਾਨ ਕਰ ਸਕਦੇ ਨੇ। ਪੋਜ਼ਿਟਿਵ ਐਂਟੀਜਨ ਟੈਸਟ ਦੇ ਨਤੀਜੇ ਸਵੀਕਾਰ ਨਹੀਂ ਕੀਤੇ ਜਾਂਦੇ ਨੇ। ਕੈਨੇਡੀਅਨ ਬਾਲਗ ਤੇ 5 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ, ਉਹਨਾਂ ਦੇ ਕੈਨੇਡਾ ਪਹੁੰਚਣ ਤੋਂ ਬਾਅਦ 14 ਦਿਨਾਂ ਲਈ ਜਨਤਕ ਥਾਵਾਂ ਤੇ ਮਾਸਕ ਪਾਉਣ ਦੀ ਉਮੀਦ ਨਹੀਂ ਹੈ। ਹਾਲਾਂਕਿ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਜਾਂ ਤਾਂ ਟੀਕਾਕਰਨ ਨਹੀਂ ਕੀਤਾ ਗਿਆ ਜਾਂ ਮੌਜੂਦਾ ਸਮੇਂ ਤੇ ਟੀਕਾਕਰਨ ਕੀਤਾ ਗਿਆ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ 14 ਦਿਨਾਂ ਤੱਕ ਜਨਤਕ ਸੈਟਿੰਗਾਂ ਜਿਵੇਂ ਕਿ ਸਕੂਲ ਦੇ ਵਿੱਚ ਮਾਸਕ ਪਾਉਣੇ ਜਾਰੀ ਰੱਖਣੇ ਚਾਹੀਦੇ ਨੇ। ਸਾਰੇ ਯਾਤਰੀਆਂ ਨੂੰ ਅਜੇ ਵੀ ਸੰਘੀ ਨਿਰੰਤਰਿਤ ਆਵਾਜਾਈ ਦੇ ਢੰਗਾਂ ਜਿਵੇਂ ਕਿ ਜਹਾਜ਼ ਜਾਂ ਰੇਲ ਗੱਡੀ ਤੇ ਯਾਤਰਾ ਕਰਦੇ ਸਮੇਂ ਮਾਸਕ ਪਾਉਣ ਦੀ ਲੋੜ ਹੁੰਦੀ ਹੈ, ਚਾਹੇ ਉਹਨਾਂ ਨੂੰ ਟੀਕਾ ਲਗਾਇਆ ਗਿਆ ਹੋਵੇ। ਯਾਤਰਾ ਕਰਨ ਤੋਂ ਪਹਿਲਾਂ ਸਰਕਾਰ ਕਿਸੇ ਦੀ ਮੰਜ਼ਿਲ ਤੇ ਕੋਵਿਡ-19 ਟੈਸਟਿੰਗ ਤੇ ਟੀਕਾਕਰਨ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਹੋਰ ਦਾਖਲਾ ਲੋੜਾਂ ਦੀ ਜਾਂਚ ਕਰਨ ਦੀ ਸਿਫਾਰਿਸ਼ ਕਰਦੀ ਹੈ, ਕਿਉਂਕਿ ਇਹ ਕੈਨੇਡਾ ਦੇ ਨਿਯਮਾਂ ਤੋਂ ਵੱਖਰੀਆਂ ਹੋ ਸਕਦੀਆਂ ਨੇ। ਕੈਨੇਡੀਅਨ ਸਰਕਾਰ ਦੁਆਰਾ ਯਾਤਰੀਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਮੰਜ਼ਿਲ ਤੇ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰਨ। ਜੇ ਉੱਥੇ ਕੋਵਿਡ-19 ਲਾਗ ਦੀ ਸਥਿਤੀ ਤੇ ਜਨਤਕ ਸਿਹਤ ਦੀਆਂ ਜ਼ਰੂਰਤਾਂ ਦੇ ਵਿੱਚ ਤਬਦੀਲੀ ਹੁੰਦੀ ਹੈ। ਦੱਸਦੀ ਕਿ ਕਰੂਜ਼ ਯਾਤਰਾ ਦੇ ਲਈ 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਉਹਨਾਂ ਦੀ ਸ਼ਿਪ ਤੇ ਬੋਰਡ ਕਰਨ ਤੋਂ ਇੱਕ ਦਿਨ ਪਹਿਲਾਂ ਜਹਾਜ਼ ਦੇ ਵਿੱਚ ਚੜ੍ਹਨ ਲਈ ਐਂਟੀਜਨ ਜਾਂ ਮੋਲੀਕਿਊਲਰ ਕੋਵਿਡ-19 ਟੈਸਟ ਕਰਾਉਣ ਦੀ ਲੋੜ ਹੁੰਦੀ ਹੈ, ਪਰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਉਹਨਾਂ ਨੂੰ ਟੈਸਟ ਕਰਨ ਦੀ ਲੋੜ ਨਹੀਂ ਹੋਵੇਗੀ। ਸਰਕਾਰ ਵੱਲੋਂ ਬਾਰ-ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਵਾਇਰਸ ਨੇੜੇ ਦੇ ਲੋਕਾਂ ਜਿਵੇਂ ਕਿ ਕਰੂਜ਼ ਸਮੁੰਦਰੀ ਜਹਾਜ਼ਾਂ ਦੇ ਵਿੱਚ ਆਸਾਨੀ ਨਾਲ ਫੈਲ ਸਕਦਾ ਹੈ। ਸਰਕਾਰਾਂ ਦਾ ਕਹਿਣਾ ਹੈ ਕਿ ਕਰੂਜ਼ ਜਹਾਜ਼ਾਂ ਤੇ ਕੋਵਿਡ-19 ਦੇ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਅਜੇ ਵੀ ਬਹੁਤ ਜ਼ਿਆਦਾ ਹੈ, ਇੱਥੋਂ ਤੱਕ ਕਿ ਉਹਨਾਂ ਲਈ ਜੋ ਟੀਕਾਕਰਨ ਵੀ ਕਰਵਾ ਚੁੱਕੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ 3 ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਲੈਕਸਸ ਗੱਡੀਆਂ ਜਿਹੜੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ। 7 ਗੱਡੀਆਂ ਦੱਸੀਆਂ ਜਾ ਰਹੀਆਂ ਨੇ। ਹਾਲਾਂਕਿ ਪਿਛਲੇ ਦਿਨਾਂ ਦੀ ਰਿਪੋਰਟ ਦੇ ਮੁਤਾਬਕ ਲੋਅਰ ਮੇਨਲੈਂਡ ਤੇ ਸਰੀ ਦੇ ਵਿੱਚੋਂ ਵੀ ਕਾਫੀ ਇਹਨਾਂ ਗੱਡੀਆਂ ਦੇ ਚੋਰੀ ਹੋਣ ਦੀ ਗੱਲ ਆਖੀ ਜਾ ਰਹੀ ਸੀ, ਜਿਸ ਦੀ ਪੁਲਿਸ ਦੇ ਵੱਲੋਂ ਲਗਾਤਾਰ ਤਫਤੀਸ਼ ਕੀਤੀ ਜਾ ਰਹੀ ਸੀ। ਇਹ 3 ਵਿਅਕਤੀ ਕਾਬੂ ਕੀਤੇ ਗਏ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਜਾਣਕਾਰੀ ਮਿਲ ਰਹੀ ਹੈ ਕਿ ਇਹ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਮਿੱਥੀ ਗਈ ਥਾਂ ਦੇ ਉੱਤੇ ਜਾਂ ਫਿਰ ਇਸ ਦੇਸ਼ ਤੋਂ ਬਾਹਰ ਕਿਤੇ ਪਹੁੰਚਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 7 ਲੈਕਸਸ RX 350 ਇਹ ਬਰਾਮਦ ਕੀਤੇ ਨੇ ਜੋ ਲੋਅਰ ਮੇਨਲੈਂਡ ਦੇ ਆਸੇ-ਪਾਸੇ ਚੋਰੀ ਕੀਤੇ ਗਏ ਨੇ। ਮਿਊਨਿਸਪਲ ਪ੍ਰੋਵਿੰਸ਼ੀਅਲ ਆਟੋ ਕ੍ਰਾਈਮ ਟੀਮ ਨੇ ਕਿਹਾ ਹੈ ਕਿ 21 ਸਾਲਾ ਯਾਹਿਆ ਜ਼ਤੌਨੀ, 18 ਤੇ 27 ਸਾਲ ਸੈਮਰ ਅਲ ਰਿਫਾਈ ਤੇ $5000 ਤੋਂ ਵੱਧ ਚੋਰੀ ਦੇ ਦੋਸ਼ ਲਗਾਏ ਗਏ ਨੇ। ਜਾਣਕਾਰੀ ਮੁਤਾਬਕ ਇਹ ਕਿਊਬੇਕ ਦੇ ਰਹਿਣ ਵਾਲੇ ਮੰਨੇ ਜਾ ਰਹੇ ਨੇ ਤੇ 6 ਜੂਨ ਨੂੰ ਸਵੇਰੇ 9:30 ਤੇ ਅਦਾਲਤ 'ਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ। IMPACT ਦਾ ਕਹਿਣਾ ਹੈ ਕਿ ਉਹਨਾਂ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ, ਲੋਅਰ ਮੇਨਲੈਂਡ ਡਿਸਟ੍ਰਿਕਟ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸਿਜ਼ ਦੇ ਨਾਲ 31 ਮਈ ਨੂੰ ਪੁਰਸ਼ਾਂ ਨੂੰ ਗ੍ਰਿਫਤਾਰ ਕਰਨ ਤੇ ਵਾਹਨਾਂ ਨੂੰ ਬਰਾਮਦ ਕਰਨ ਲਈ ਕੰਮ ਕੀਤਾ। IMPACT ਦੇ ਅਨੁਸਾਰ 3 ਵਾਹਨਾਂ ਨੂੰ ਸਰੀ ਵਿੱਚ ਇੱਕ ਸੈਲਵੇਜ ਯਾਰਡ ਦੇ ਵਿੱਚ ਇੱਕ ਸ਼ਿਪਿੰਗ ਕੰਟੇਨਰ ਵਿੱਚੋਂ 3 ਹੋਰ ਬਰਾਮਦ ਕੀਤੇ ਗਏ ਸਨ, ਜੋ ਕਿ ਸਰੀ ਸੈਲਵੇਜ ਯਾਰਡ ਤੋਂ ਨਿਊ ਵੈਸਟਮਿੰਸਟਰ ਵਿੱਚ ਇੱਕ ਟਰੱਕ ਯਾਰਡ ਵਿੱਚ ਲਿਜਾਇਆ ਗਿਆ ਸੀ। IMPACT ਦਾ ਕਹਿਣਾ ਹੈ ਕਿ 7ਵਾਂ ਵਾਹਨ ਸਰੀ ਦੇ ਇੱਕ ਇਲਾਕੇ ਤੋਂ ਬਰਾਮਦ ਕੀਤਾ ਗਿਆ ਸੀ ਜਿੱਥੇ ਇਹ ਪਾਰਕ ਕੀਤਾ ਗਿਆ ਸੀ। IMPACT ਦੇ ਮੁਤਾਬਕ ਇਹ ਭਰੋਸਾ ਕੀਤਾ ਜਾਂਦਾ ਹੈ ਕਿ ਇਹ ਵਾਹਨ ਪੂਰਬੀ ਕੈਨੇਡਾ ਤੇ ਫਿਰ ਵਿਦੇਸ਼ਾਂ ਦੇ ਵਿੱਚ ਭੇਜੇ ਜਾਣ ਵਾਲੇ ਸੀ। BC ਦੇ ਵਿੱਚ ਡਰੱਗ ਐਗਜ਼ੰਪਸ਼ਨ ਦੇ ਮਾਮਲੇ ਤੋਂ ਬਾਅਦ ਲਗਾਤਾਰ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਕਈ ਪ੍ਰੋਵਿੰਸ, ਕਈ ਥਾਵਾਂ ਅਜਿਹੀਆਂ ਨੇ ਜਿਹੜੇ ਕਿ ਇਸ ਦਾ ਵਿਰੋਧ ਕਰ ਰਹੇ ਨੇ ਤੇ ਕਈ ਇਸ ਨੂੰ ਜਿਹੜਾ ਆਪਣੇ ਸੂਬਿਆਂ ਦੇ ਵਿੱਚ ਵੀ ਲਾਗੂ ਕਰਨ ਦੀ ਮੰਗ ਕਰ ਰਹੇ ਨੇ, ਜਿਸ ਦੇ ਉੱਤੇ ਫੈਡਰਲ ਗਵਰਨਮੈਂਟ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਹਜੇ ਉਹ ਹੋਰ ਕਿਤੇ ਇਸ ਨੂੰ ਅਪਲਾਈ ਨਹੀਂ ਕਰ ਸਕਦੇ, ਲਾਗੂ ਨਹੀਂ ਕਰ ਸਕਦੇ ਜਦੋਂ ਤੱਕ ਇਸ ਪੜਾਅ ਦੇ ਉੱਤੇ ਧਿਆਨ ਕੇਂਦਰਿਤ ਨਹੀਂ ਕੀਤਾ ਜਾਂਦਾ। ਇੱਕ ਦਿਨ ਬਾਅਦ BC ਨੂੰ ਫੈਡਰਲ ਡਰੱਗ ਕਾਨੂੰਨਾਂ ਦੇ ਵਿੱਚ ਛੋਟ ਦਿੱਤੀ ਗਈ ਸੀ। ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਉਹ ਹਾਲੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਇਸ ਕਦਮ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਮੰਗਲਵਾਰ ਨੂੰ ਐਲਾਨੀ ਗਈ ਛੋਟ ਸੂਬੇ ਨੂੰ ਅਗਲੇ ਸਾਲ ਤੋਂ ਕੁਝ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਸਧਾਰਨ ਕਬਜ਼ੇ ਨੂੰ ਅਪਰਾਧੀਕਰਨ ਤੋਂ ਇਜਾਜ਼ਤ ਦੇਵੇਗੀ। ਇਤਿਹਾਸਕ ਕਦਮ ਦਾ ਉਦੇਸ਼ ਕਾਨੂੰਨ ਦੀ ਬਜਾਏ ਸਿਹਤ ਆਧਾਰਿਤ ਪਹੁੰਚ ਅਪਣਾ ਕੇ ਓਪੀਓਇਡ ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰਨਾ ਹੈ। ਬੁੱਧਵਾਰ ਨੂੰ ਨਿਆਂ ਮੰਤਰੀ ਨੇ ਕਿਹਾ ਹੈ ਕਿ ਡਰੱਗਸ ਕ੍ਰਿਮੀਨਲਾਈਜੇਸ਼ਨ ਤੇ ਕੋਈ ਵੱਡੀ ਚਰਚਾ ਨਹੀਂ ਹੈ, ਪਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੋਟ ਕੀਤਾ ਹੈ ਕਿ ਫੈਡਰਲ ਸਰਕਾਰ ਅਜੇ ਵੀ ਐਡਮਿੰਟਨ ਤੇ ਟੋਰਾਂਟੋ ਵਰਗੇ ਅਧਿਕਾਰ ਖੇਤਰਾਂ ਨਾਲ ਕੰਮ ਕਰਨ ਦੇ ਵਿੱਚ ਦਿਲਚਸਪੀ ਰੱਖਦੀ ਹੈ, ਜਿਨ੍ਹਾਂ ਨੇ ਓਪੀਓਇਡ ਸੰਕਟ ਨਾਲ ਨਜਿੱਠਣ ਲਈ ਛੋਟਾਂ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ਸਥਾਨ ਪਹਿਲਾਂ ਤਿਆਰ ਨੇ ਉਚਿਤ ਪ੍ਰਣਾਲੀਆਂ ਤੇ ਸਹਾਇਤਾ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤੇ ਕਿਹਾ ਹੈ ਕਿ ਜੇ ਅਸੀਂ ਅੱਗੇ ਵਧ ਰਹੇ ਹਾਂ ਤਾਂ ਸਿਰਫ ਇਹੀ ਇੱਕ ਹੱਲ ਨਹੀਂ ਹੈ, ਇਹ ਇੱਕ ਪੂਰੀ ਤਰ੍ਹਾਂ ਜਿਹੜਾ ਉਹ ਸਮੇਟਣ ਵਾਲੀ ਪਹੁੰਚ ਹੈ। ਜਿਵੇਂ ਅਸੀਂ BC 'ਚ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਉਸ ਥਾਂ ਤੇ ਇੱਕ ਸਿਸਟਮ ਤੇ ਸਪੋਰਟ ਤੋਂ ਬਿਨਾਂ ਨਹੀਂ ਕਰਨਾ ਚਾਹੁੰਦੇ, ਅਤੇ ਉਹੀ ਚੀਜ਼ ਹੈ ਜਿਸ ਤੇ ਅਸੀਂ BC ਦੇ ਵਿੱਚ ਧਿਆਨ ਕੇਂਦਰਿਤ ਕੀਤਾ ਹੈ। ਇਸ ਛੋਟ ਦੀ BC ਦੇ ਵਿੱਚ ਕੁਝ ਲੋਕਾਂ ਵੱਲੋਂ ਤਾਰੀਫ ਕੀਤੀ ਗਈ ਹੈ, ਜੋ ਕਹਿੰਦੇ ਨੇ ਕਿ ਇਹ ਡਰੱਗ ਸੰਕਟ ਨੂੰ ਹੱਲ ਕਰਨ ਲਈ ਇੱਕ ਕਦਮ ਅੱਗੇ ਹੈ। ਹਾਲਾਂਕਿ ਹੋਰਾਂ ਨੇ ਇਸ ਦੀ ਨਿਰਧਾਰਤ ਕੀਤੀ ਘੱਟ ਮਾਤਰਾ ਤੇ ਸਵਾਲ ਚੁੱਕੇ ਨੇ। 2.5 ਨੂੰ ਉਹਨਾਂ ਬਹੁਤ ਘੱਟ ਦੱਸਿਆ ਹੈ। ਹੋਰ ਕਾਰਵਾਈਆਂ ਦੀ ਮੰਗ ਕੀਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਅਪਰਾਧ ਮੁਕਤ ਕਰਨਾ ਹੀ ਮੌਤਾਂ ਨੂੰ ਨਹੀਂ ਰੋਕੇਗਾ। ਇਸ ਦੌਰਾਨ ਕੰਜ਼ਰਵੇਟਿਵ MP ਬ੍ਰਿਡਵਿਸ ਨਹੀਂ ਸੋਚਦੇ ਕਿ ਅਸਲ ਵਿੱਚ ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਦੇ ਸਮਰਥਨ ਤੇ ਕਾਫੀ ਕੰਮ ਕੀਤਾ ਜਾ ਰਿਹਾ ਹੈ। ਉਹ ਨਹੀਂ ਮੰਨਦੇ ਕਿ ਇਹ ਤਬਦੀਲੀ BC ਵਿੱਚ ਬਹੁਤ ਕੁਝ ਕਰੇਗੀ। ਇਹ ਟਿੱਪਣੀਆਂ ਬੁੱਧਵਾਰ ਨੂੰ NDP ਦੇ ਇੱਕ ਪ੍ਰਾਈਵੇਟ ਮੈਂਬਰ ਦੇ ਬਿੱਲ ਤੇ ਵੋਟ ਤੋਂ ਪਹਿਲਾਂ ਆਈਆਂ ਨੇ, ਜੋ ਨੈਸ਼ਨਲ ਡਿਸਕ੍ਰਿਮੀਨਲਾਈਜ਼ਡ ਦੀ ਮੰਗ ਕਰਦੇ ਨੇ। ਮੰਗਲਵਾਰ ਨੂੰ ਸੰਘੀ ਮਾਨਸਿਕ ਸਿਹਤ ਤੇ ਐਡਿਕਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਸੈਕਸ਼ਨ 56(1) ਦੇ ਅਨੁਸਾਰ ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ CBSA ਤੋਂ ਛੋਟ ਲਈ BC ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਮੰਤਰੀ ਬੈਨੇਟ ਨੇ ਕਿਹਾ ਹੈ ਕਿ ਸੰਕਟ ਵਿਗੜ ਗਿਆ ਹੈ। ਜ਼ਹਿਰੀਲੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੇ ਪਹਿਲਾਂ ਹੀ ਦਿਲ ਦਹਿਲਾਉਣ ਵਾਲੇ ਜੀਵਨ ਦੇ ਨੁਕਸਾਨ ਨੂੰ ਵਧਾ ਦਿੱਤਾ ਹੈ। ਬਹੁਤ ਲੰਬੇ ਸਮੇਂ ਤੋਂ ਨੁਕਸਾਨ ਦੀ ਇਹ ਲਹਿਰ ਬ੍ਰਿਟਿਸ਼ ਕੋਲੰਬੀਆ ਤੇ ਦੇਸ਼ ਭਰ ਦੇ ਵਿੱਚ ਅਸਲੀਅਤ ਰਹੀ ਹੈ। BC ਦੇ ਪਹਿਲਾ ਕੈਨੇਡੀਅਨ ਅਧਿਕਾਰ ਖੇਤਰ ਬਣ ਗਿਆ, ਜਿਸ ਨੂੰ ਨਿੱਜੀ ਵਰਤੋਂ ਲਈ ਥੋੜੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਕਬਜ਼ੇ ਨੂੰ ਅਪਰਾਧਕ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਛੋਟ ਦੀ ਮਿਆਦ 31 ਜਨਵਰੀ 2023 ਤੋਂ ਸ਼ੁਰੂ ਹੁੰਦੀ ਹੈ ਤੇ 31 ਜਨਵਰੀ 2026 ਨੂੰ ਖਤਮ ਹੋਣ ਵਾਲੇ 3 ਸਾਲਾਂ ਲਈ ਲਾਗੂ ਹੋਣੀ ਤੈਅ ਹੈ। ਹੈਲਥ ਕੈਨੇਡਾ ਨੋਟ ਕਰਦਾ ਹੈ ਕਿ ਛੋਟ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ ਕਿਸੇ ਹੋਰ ਦੁਆਰਾ ਬਦਲਿਆ ਜਾ ਸਕਦਾ ਹੈ। ਛੋਟ ਦੀ ਮਿਆਦ ਦੇ ਦੌਰਾਨ ਨਿੱਜੀ ਵਰਤੋਂ ਲਈ ਉਪਰੋਕਤ ਸੂਚੀਬੱਧ ਪਦਾਰਥਾਂ ਵਿੱਚੋਂ 2.5 ਗ੍ਰਾਮ ਜਾਂ ਘੱਟ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਕੋਈ ਗ੍ਰਿਫਤਾਰੀ ਜਾਂ ਦੋਸ਼ ਨਹੀਂ ਲਗਾਏ ਜਾਣਗੇ। ਨਸ਼ੇ ਜ਼ਬਤ ਨਹੀਂ ਕੀਤੇ ਜਾਣਗੇ। BC 2016 ਵਿੱਚ ਨਸ਼ੀਲੇ ਪਦਾਰਥਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਲਈ ਇੱਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤੀ ਗਈ ਸੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ। BC ਦੇ ਉਹ ਮਾਪੇ ਜਿਹੜੇ ਕਿ ਚਾਈਲਡ ਕੇਅਰ ਦੇ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਆਉਣ ਦਾ ਇੰਤਜ਼ਾਰ ਕਰ ਰਹੇ ਸੀ, ਜਿਹੜੇ ਕਿ ਕੰਮਾਂ-ਕਾਰਾਂ ਤੇ ਜਾਣੇ ਚਾਹੁੰਦੇ ਨੇ, ਆਪਣੇ ਬੱਚਿਆਂ ਨੂੰ ਚਾਈਲਡ ਕੇਅਰ ਭੇਜਣਾ ਚਾਹੁੰਦੇ ਨੇ, ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਚੰਗੀ ਖਬਰ ਮੰਨੀ ਜਾ ਰਹੀ ਹੈ ਕਿ ਉਹ ਆਪਣੀਆਂ ਅਰਜ਼ੀਆਂ ਹੁਣ ਜਿਹੜੀਆਂ ਦਾਇਰ ਕਰਵਾ ਸਕਦੇ ਨੇ। ਇਹਦੇ ਵਿੱਚ ਜਿਹੜੇ ਪਰਿਵਾਰ ਲਾਇਸੈਂਸ ਸ਼ੁਦਾ ਚਾਈਲਡ ਕੇਅਰ ਲੱਭ ਰਹੇ ਨੇ, ਥਾਵਾਂ ਲੱਭ ਰਹੇ ਨੇ, ਉਹਨਾਂ ਵਾਸਤੇ ਖਾਸ ਤੌਰ ਦੇ ਉੱਤੇ ਹੈ ਕਿ ਅਰਜ਼ੀਆਂ ਹੁਣ ਉਹਨਾਂ ਲਈ ਸ਼ੁਰੂ ਹੋ ਚੁੱਕੀਆਂ ਨੇ। ਅਰਜ਼ੀਆਂ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਔਰ ਕਿਹੜੀ ਕੈਟਾਗਰੀ ਦੇ ਵਿੱਚ ਇਹ ਅਰਜ਼ੀਆਂ ਲਗਾਈਆਂ ਜਾ ਸਕਦੀਆਂ ਨੇ, ਕਿੰਨਾ ਸਮਾਂ ਲੱਗੇਗਾ ਤੇ ਇਸ ਚਾਈਲਡ ਕੇਅਰ ਦੇ ਲਈ ਕੀ ਜਿਹੜੀਆਂ ਨੇ ਉਹ ਬੈਨੀਫਿਟਸ ਦਿੱਤੇ ਜਾ ਰਹੇ ਨੇ, ਆਓ ਜਾਣਦੇ ਹਾਂ ਵਿਸਤਾਰ ਦੇ ਨਾਲ। ਜਲਦੀ ਹੀ ਵਧੇਰੇ ਪਰਿਵਾਰ ਲਾਇਸੈਂਸ ਸ਼ੁਦਾ ਚਾਈਲਡ ਕੇਅਰ ਥਾਵਾਂ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ, ਜਿਸ ਦੇ ਨਾਲ ਮਾਪਿਆਂ ਨੂੰ ਕੰਮ, ਸਕੂਲ ਤੇ ਹੋਰ ਮੌਕਿਆਂ ਦੇ ਯੋਗ ਬਣਾਇਆ ਜਾਵੇਗਾ। BC ਦੇ ਚਾਈਲਡ ਕੇਅਰ BC ਨਿਊ ਸਪੇਸ ਫੰਡ ਦੇ ਨਾਲ ਹੁਣ ਨਵੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ BC ਦੇ ਚਾਈਲਡ ਕੇਅਰ ਰਾਜ ਮੰਤਰੀ ਕੈਟਰੀਨਾ ਚੈਨ ਨੇ ਕਿਹਾ ਕਿ ਸਾਡੀ ਸਰਕਾਰ ਨੇ 2018 ਤੋਂ ਲੈ ਕੇ ਹੁਣ ਤੱਕ 30,500 ਤੋਂ ਵੱਧ ਨਵੀਆਂ ਚਾਈਲਡ ਕੇਅਰ ਥਾਵਾਂ ਦੇ ਲਈ ਫੰਡ ਦਿੱਤੇ ਨੇ ਤੇ ਜਿਵੇਂ ਹੀ ਅਸੀਂ ਆਪਣੀ 10 ਸਾਲਾ ਚਾਈਲਡ ਕੇਅਰ BC ਯੋਜਨਾ ਦੇ 5ਵੇਂ ਸਾਲ ਦੇ ਵਿੱਚ ਦਾਖਲ ਹੁੰਦੇ ਹਾਂ, ਹਜ਼ਾਰਾਂ ਹੋਰ ਪਰਿਵਾਰਾਂ ਨੂੰ ਜਲਦੀ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਬਾਲ ਸੰਭਾਲ ਤੱਕ ਪਹੁੰਚ ਹੋਵੇਗੀ। ਉਹਨਾਂ ਕਿਹਾ ਹੈ ਕਿ ਅਸੀਂ ਪੋਸਟ ਸੈਕੰਡਰੀ ਸਕੂਲਾਂ ਦੇ ਵਿੱਚ ਵਧੇਰੇ ECEs ਨੂੰ ਆਕਰਸ਼ਿਤ ਕਰਨ, ਸਿਖਲਾਈ ਦੇਣ ਤੇ ਅਪਗ੍ਰੇਡ ਕਰਨ ਦੇ ਵਿੱਚ ਮਦਦ ਕਰਨ ਲਈ ਵਧੇਰੇ ਸਿਖਲਾਈ ਸੀਟਾਂ, $4 ਪ੍ਰਤੀ ਘੰਟੇ ਦੀ ਤਨਖਾਹ ਦੇ ਵਿੱਚ ਵਾਧਾ ਤੇ ਬਰਸਰੀਆਂ ਦੇ ਵਿੱਚ ਹੋਰ ਪ੍ਰਤੀਯਤਨਾਂ ਵਿੱਚ ਨਿਵੇਸ਼ ਕਰ ਰਹੇ ਹਾਂ। ਜਨਤਕ ਅਤੇ ਗੈਰ ਮੁਨਾਫਾ ਬਾਲ ਸੰਭਾਲ ਆਪਰੇਟਰ ਅਤੇ ਪ੍ਰਦਾਤਾ ਅਤੇ ਮੂਲ ਵਾਸੀ ਸਰਕਾਰਾਂ ਹੁਣ 2022-23 ਇਨਟੇਕ ਲਈ ਫੰਡ ਵਾਸਤੇ ਅਰਜ਼ੀ ਦੇ ਸਕਦੀਆਂ ਨੇ। ਅਗਲੇ ਸਾਲ ਤੱਕ ਪੂਰੇ BC ਦੇ ਵਿੱਚ ਉੱਚ ਲੋੜ ਵਾਲੇ ਖੇਤਰਾਂ ਵਿੱਚ ਅੰਦਾਜ਼ਨ 8,400 ਨਵੇਂ ਲਾਇਸੈਂਸ ਸ਼ੁਦਾ ਬਾਲ ਸੰਭਾਲ ਸਥਾਨਾਂ ਦੀ ਸਿਰਜਣਾ ਦੇ ਲਈ ਕੈਨੇਡਾ ਅਤੇ ਸੂਬੇ ਦੀ ਸਰਕਾਰ ਮਿਲ ਕੇ $290 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ। ਬਿਨੈਕਾਰਾਂ ਨੂੰ ਇਸ ਓਪਨ ਇਨਟੇਕ ਲਈ ਜਨਵਰੀ 2023 ਤੱਕ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਅਰਜ਼ੀ ਵਿੱਤੀ ਸਾਲ ਦੇ ਅੰਦਰ ਵਿਚਾਰੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ
ਕਿ ਮਜ਼ਬੂਤ ਸ਼ੁਰੂਆਤੀ ਸਿੱਖਿਆ ਤੇ ਬਾਲ ਸੰਭਾਲ ਆਰਥਿਕ ਵਿਕਾਸ ਨੂੰ ਵਧਾਉਣ, ਕਰਮਚਾਰੀਆਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਅਤੇ ਕੈਨੇਡਾ ਦੇ ਵਿੱਚ ਹਰੇਕ ਬੱਚੇ ਨੂੰ ਜੀਵਨ ਦੇ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੀ ਪੇਸ਼ਕਸ਼ ਕਰਨ ਦੇ ਵਿੱਚ ਮਦਦ ਕਰੇਗੀ। ਇਹ ਵਾਧੂ ਲਾਇਸੈਂਸਸ਼ੁਦਾ ਚਾਈਲਡ ਕੇਅਰ ਥਾਵਾਂ ਸੂਬੇ ਭਰ ਦੇ ਵਿੱਚ ਹੋਰ ਬੱਚਿਆਂ ਤੇ ਪਰਿਵਾਰਾਂ ਨੂੰ ਉੱਚ ਗੁਣਵੱਤਾ, ਕਿਫਾਇਤੀ, ਲਚਕਦਾਰ ਤੇ ਸਮਾਵੇਸ਼ੀ ਸ਼ੁਰੂਆਤੀ ਸਿਖਲਾਈ ਤੇ ਬਾਲ ਸੰਭਾਲ ਤੱਕ ਪਹੁੰਚ ਕਰਨ ਦੀ ਆਗਿਆ ਦੇਵੇਗੀ। 2018 ਦੇ ਵਿੱਚ ਚਾਈਲਡ ਕੇਅਰ BC ਦੀ ਸ਼ੁਰੂਆਤ ਤੋਂ ਬਾਅਦ ਸੂਬੇ ਨੇ ਚਾਈਲਡ ਕੇਅਰ BC ਦੇ ਵਿੱਚ $2.7 ਬਿਲੀਅਨ ਦਾ ਨਿਵੇਸ਼ ਕੀਤਾ ਹੈ। ਕੈਨੇਡਾ ਸਰਕਾਰ ਨੇ 2017 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ੁਰੂਆਤੀ ਸਿਖਲਾਈ ਤੇ ਬੱਚਿਆਂ ਦੀ ਦੇਖਭਾਲ ਦੇ ਵਿੱਚ $662 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਤੋਂ ਸਰੀ ਦੇ ਵਿੱਚ ਬਹੁਤ ਸਾਰੇ ਨਵੇਂ ਪ੍ਰਵਾਸੀਆਂ ਦੇ ਆਉਣ ਨਾਲ ਇਨਫੈਂਟ ਟੌਡਲਰ ਬੱਚਿਆਂ ਦੇ ਲਈ ਪੰਜਾਬੀ ਦੇ ਵਿੱਚ ਦੇਖਭਾਲ ਪ੍ਰਦਾਨ ਕਰਨਾ, ਜਿਸ ਭਾਸ਼ਾ ਤੇ ਸੱਭਿਆਚਾਰ ਨੂੰ ਸਾਡੇ ਪਰਿਵਾਰ ਸਭ ਤੋਂ ਵੱਧ ਜਾਣਦੇ ਨੇ, ਇਸ ਨਾਲ ਬੱਚਿਆਂ ਤੇ ਮਾਪਿਆਂ ਨੂੰ ਸੁਰੱਖਿਅਤ ਅਤੇ ਹੋਰ ਕਿਫਾਇਤੀ ਜਿਹੜੀਆਂ ਨੇ ਉਹ ਥਾਵਾਂ ਉਪਲਬਧ ਹੋ ਸਕਣਗੀਆਂ। ਇਸ ਤੋਂ ਇਲਾਵਾ ਹੋਰ ਸਿਖਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਤੇ ਇਸ ਵੇਲੇ ਅਰਜ਼ੀਆਂ ਦਾਖਲ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਵੇਲੇ ਜਿਹੜੇ ਪਰਿਵਾਰ ਆਪਣੀ ਅਰਜ਼ੀ ਦਾਖਲ ਕਰਨਾ ਚਾਹੁੰਦੇ ਨੇ ਉਹਨਾਂ ਲਈ ਸਮਾਂ ਹੱਦ ਵੀ ਦਿੱਤੀ ਗਈ ਹੈ। ਇਹ ਇਸ ਲਈ ਦੱਸਿਆ ਜਾ ਰਿਹਾ ਹੈ ਕਿ ਇਸ ਫੰਡਿੰਗ ਨੇ ਸਾਡੀਆਂ 2 ਬਾਲ ਦੇਖਭਾਲ ਥਾਵਾਂ ਤੇ 29 ਨਵੇਂ ਇਨਫੈਂਟ ਟੋਡਲਰ ਬਾਲ ਸੰਭਾਲ ਥਾਵਾਂ ਦੇ ਨਿਰਮਾਣ ਦੇ ਵਿੱਚ ਮਦਦ ਕੀਤੀ ਹੈ, ਜੋ ਜਲਦੀ ਭਰ ਗਈਆਂ ਨੇ। ਸਾਡੀ ਸੰਸਥਾ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਜ਼ਿੰਦਗੀ ਦੇ ਅਨੁਕੂਲ ਹੋਣ ਵਿੱਚ ਮਦਦ ਕਰਦੀ ਹੈ। ਦੱਸ ਦਈਏ 2022-23 ਦੇ ਵਿੱਚ ਸਕੂਲੀ ਜ਼ਿਲ੍ਹਿਆਂ, ਫਸਟ ਨੇਸ਼ਨ ਸਕੂਲਾਂ, ਫਸਟ ਨੇਸ਼ਨ ਇੰਡੀਪੈਂਡੈਂਟ ਸਕੂਲਾਂ ਤੇ ਗੈਰ ਲਾਭਕਾਰੀ ਸੁਤੰਤਰ ਸਕੂਲਾਂ ਦੇ ਲਈ ਉਪਲਬਧ ਸਕੂਲ ਅਦਾਰਿਆਂ ਦੇ ਨਵੇਂ ਲਾਇਸੈਂਸਸ਼ੁਦਾ ਸਕੂਲੀ ਉਮਰ ਦੀ ਦੇਖਭਾਲ ਦੀ ਸਿਰਜਣਾ ਲਈ ਫੰਡ ਦੇਣ ਦੇ ਲਈ ਇੱਕ ਨਵੀਂ ਧਾਰਾ ਪੇਸ਼ ਕੀਤੀ ਜਾਏਗੀ। 2021-22 ਦੇ ਵਿੱਚ ਇੱਕ ਵਾਰ ਦਾ $49.2 ਮਿਲੀਅਨ ਫੈਡਰਲ ਨਿਵੇਸ਼ ਰੁਕਾਵਟਾਂ ਨੂੰ ਘਟਾ ਰਿਹਾ ਹੈ ਤੇ ਪੋਸਟ ਸੈਕੰਡਰੀ ECEs ਪ੍ਰੋਗਰਾਮ ਅਤੇ ਪੇਸ਼ੇਵਰ ਸਿੱਖਣ ਦੇ ਮੌਕਿਆਂ ਤੱਕ ਪਹੁੰਚ ਨੂੰ ਵੀ ਵਧਾ ਰਿਹਾ ਹੈ। ਇੱਕ ECE ਦੇ ਤੌਰ ਤੇ ਕਰੀਅਰ ਸ਼ੁਰੂ ਕਰਨ ਦੇ ਚਾਹਵਾਨ ਲੋਕ ਅਤੇ ਨਾਲ ਹੀ ਮੌਜੂਦਾ ECES ਜੋ ਆਪਣੇ ਪ੍ਰਮਾਣ ਪੱਤਰਾਂ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਨੇ ਨੂੰ ECE ਐਜੂਕੇਸ਼ਨ ਸਪੋਰਟ ਫੰਡ ਦੁਆਰਾ ਘੱਟੋ ਘੱਟ $4,000 ਅਤੇ $5,000 ਤੱਕ ਦੀ ਬਰਸਰੀ ਤੋਂ ਲਾਭ ਹੋ ਸਕਦਾ ਹੈ। ਗਰਮੀਆਂ ਦੇ ਇਨਟੇਕ ਲਈ ਅਰਜ਼ੀਆਂ ਸਵੇਰੇ 7 ਵਜੇ 1 ਜੂਨ 2022 ਤੇ ਸ਼ਾਮ 4 ਵਜੇ 15 ਜੂਨ 2022 ਦੇ ਵਿਚਕਾਰ ਜਿਹੜੀਆਂ ਨੇ ਉਹ ਸਵੀਕਾਰ ਕੀਤੀਆਂ ਜਾਣਗੀਆਂ। ਸੋ ਕੈਨੇਡਾ ਦੀ ਸਰਕਾਰ ਨੇ ਸੂਬਾਈ, ਖੇਤਰੀ ਅਤੇ ਮੂਲਵਾਸੀ ਭਾਈਵਾਲਾਂ ਦੇ ਨਾਲ ਸਾਂਝੀ ਵਾਲੀ ਅਤੇ ਕੈਨੇਡਾ ਵਿਆਪੀ ਸ਼ੁਰੂਆਤੀ ਸਿੱਖਿਆ ਦੇ ਬਾਲ ਸੰਭਾਲ ਪ੍ਰਣਾਲੀ ਬਣਾਉਣ ਲਈ ਇੱਕ ਪਰਿਵਰਤਨਸ਼ੀਲ ਨਿਵੇਸ਼ ਕੀਤਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕਿਰਾਏ ਦੀਆਂ ਕਾਰ ਏਜੰਸੀਆਂ ਦੇ ਕੋਲ ਇਸ ਵੇਲੇ ਗੱਡੀਆਂ ਦੀ ਘਾਟ ਹੈ, ਜਿਸ ਕਰਕੇ ਜਿਨ੍ਹਾਂ ਲੋਕਾਂ ਨੇ ਕਿਰਾਏ ਦੇ ਉੱਤੇ ਗੱਡੀਆਂ ਲੈਣੀਆਂ ਨੇ, ਘੁੰਮਣ ਫਿਰਨ ਨਿਕਲਣਾ ਹੈ ਗਰਮੀ ਦਾ ਸੀਜ਼ਨ ਦੇਖਦੇ ਹੋਏ, ਉਹਨਾਂ ਨੂੰ ਇਸ ਵੇਲੇ ਦੁੱਗਣੇ ਰੇਟ ਕਿਰਾਏ ਦੀਆਂ ਗੱਡੀਆਂ ਦੇ ਭਰਨੇ ਪੈ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਆਪਣੇ ਘੁੰਮਣ ਫਿਰਨ ਦਾ BC ਦੇ ਵਿੱਚ ਪ੍ਰੋਗਰਾਮ ਬਣਾਇਆ ਤਾਂ ਉਹਨਾਂ ਕਿਰਾਏ ਦੀਆਂ ਗੱਡੀਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕਿਰਾਏ ਸੁਣੇ ਤਾਂ ਉਹ ਹੈਰਾਨ ਰਹਿ ਗਏ। ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਲੋਕ ਘੁੰਮਣ ਫਿਰਨ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਦੇ ਵਿੱਚ ਨੇ, ਉਹਨਾਂ ਲਈ ਆਸੇ-ਪਾਸੇ ਘੁੰਮਣਾ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਲਗਾਤਾਰ ਦੂਜੀਆਂ ਗਰਮੀਆਂ ਦੇ ਵਿੱਚ ਕਿਰਾਏ ਦੀ ਕਾਰ ਚਾਲਕਾਂ ਨੂੰ ਸਟਾਕ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਭਰ ਦੇ ਵਿੱਚ ਕਿਰਾਏ ਦੀਆਂ ਕਾਰਾਂ ਦੀਆਂ ਕਈ ਥਾਵਾਂ ਤੇ ਖਾਸ ਤੌਰ ਤੇ ਹਵਾਈ ਅੱਡਿਆਂ ਤੇ ਰੈਂਟਲ ਵਾਹਨ ਜੁਲਾਈ ਤੇ ਅਗਸਤ ਦੇ ਜ਼ਿਆਦਾਤਰ ਮਹੀਨਿਆਂ ਲਈ ਪੂਰੀ ਤਰ੍ਹਾਂ ਵਿਕ ਜਾਂਦੇ ਨੇ ਤੇ ਉਹਨਾਂ ਸਥਾਨਾਂ ਤੇ ਜਿੱਥੇ ਉਪਲਬਧਤਾ ਹੈ ਕੀਮਤਾਂ $150 ਪ੍ਰਤੀ ਦਿਨ ਜਾਂ ਇਸ ਤੋਂ ਵੱਧ ਸ਼ੁਰੂ ਹੋ ਸਕਦੀਆਂ ਨੇ। ਕਿਰਾਏ ਦੀ ਕਾਰ ਦੀ ਤਲਾਸ਼ ਕਰਦੇ ਹੋਏ ਸਟਿੱਕਰ ਸਦਮੇ ਦਾ ਸਾਹਮਣਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਗਸਤ ਦੇ ਵਿੱਚ ਕੈਲਗਰੀ ਤੋਂ ਹੈਲੀਫੈਕਸ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਉਹ ਕਿਰਾਏ ਦੀ ਕਾਰ ਦੇ ਲਈ ਅਸਮਾਨ ਛੂ ਰਹੀਆਂ ਕੀਮਤਾਂ ਦੇਖ ਰਹੇ ਨੇ, ਜਿਸ ਦੇ ਵਿੱਚ ਬਣਾਉਣ ਜਾਂ ਕਾਰ ਦੀ ਕੋਈ ਗਾਰੰਟੀ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਇਸ ਨੂੰ ਮਾਮੂਲੀ ਸਮਝ ਰਹੇ ਸੀ, ਪਰ ਇਹ ਰੇਟ ਸੁਣ ਕੇ ਅਸੀਂ ਹੈਰਾਨ ਹੋ ਗਏ। ਮਹਾਮਾਰੀ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਰੈਂਟਲ ਕਾਰ ਆਪਰੇਟਰਾਂ ਨੇ ਆਪਣੀ ਵਸਤੂ ਨੂੰ ਘਟਾ ਦਿੱਤਾ ਹੈ, ਇਹ ਉਮੀਦ ਕਰਦੇ ਹੋਏ ਕਿ ਮੰਗ ਘਟੇਗੀ। ਪਰ ਜਦੋਂ 2021 ਦੀਆਂ ਗਰਮੀਆਂ ਦੇ ਵਿੱਚ ਯਾਤਰਾ ਦੀ ਮੰਗ ਵਾਪਸ ਆਈ ਤਾਂ ਰੈਂਟਲ ਕਾਰ ਆਪਰੇਟਰਾਂ ਨੂੰ ਸਮੇਂ ਸਿਰ ਲੋੜੀਂਦੀਆਂ ਕਾਰਾਂ ਨਹੀਂ ਮਿਲ ਸਕੀਆਂ, ਕਿਉਂਕਿ ਆਟੋਮੋਟਿਵ ਪਲਾਂਟਾਂ ਦੇ ਵਿੱਚ ਗਲੋਬਲ ਚਿਪ ਦੀ ਘਾਟ ਕਾਰਨ ਉਤਪਾਦਨ ਰੁਕ ਗਿਆ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਨੇ ਦਿਖਾਇਆ ਕਿ BC ਦੇ ਵਿੱਚ 2021 ਦੇ ਵਿੱਚ ਇੱਕ ਕਾਰ ਕਿਰਾਏ ਦੀ ਔਸਤ ਕੀਮਤ 31.9% ਵੱਧ ਗਈ ਹੈ, ਭਾਵੇਂ ਕਿ ਸੈਰ ਸਪਾਟਾ ਅਜੇ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੋਂ ਲਗਭਗ 30% ਹੇਠਾਂ ਸੀ। ਸਟੈਟਕੈਨ ਦੇ ਅੰਕੜਿਆਂ ਦੇ ਮੁਤਾਬਕ ਮਹਾਮਾਰੀ ਤੋਂ ਪਹਿਲਾਂ BC ਦੇ ਕਾਰ ਕਿਰਾਏ ਦੇ ਉਦਯੋਗ ਦੇ ਵਿੱਚ ਦੂਜੀ ਤੇ ਤੀਜੀ ਤਿਮਾਹੀ ਵਿੱਚ ਪੀਕ ਸੀਜ਼ਨ ਦੌਰਾਨ 35,000 ਤੋਂ ਵੱਧ ਵਾਹਨ ਸਨ, ਪਰ 2021
ਦੀ ਪਹਿਲੀ ਤਿਮਾਹੀ ਵਿੱਚ ਪ੍ਰਾਂਤ ਵਿੱਚ ਕਿਰਾਏ ਦੇ ਵਾਹਨਾਂ ਦੀ ਫਲੀਟ ਘਟ ਕੇ ਸਿਰਫ 18,636 ਵਾਹਨਾਂ ਤੱਕ ਰਹਿ ਗਈ। ਜਿਵੇਂ ਕਿ ਯਾਤਰਾ ਦੇ ਕਾਰਨਾਂ ਦੇ ਵਿੱਚ ਵਾਧਾ ਹੋਇਆ, ਉਦਯੋਗ ਨਜ਼ਦੀਕ Q3 2021 ਤੱਕ ਸਿਰਫ 24,457 ਵਾਹਨ ਸਨ। 10,000 ਤੋਂ ਵੱਧ ਕਾਰਾਂ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੋਂ ਘੱਟ ਨੇ। ਐਸੋਸੀਏਟਿਡ ਕੈਨੇਡੀਅਨ ਕਾਰ ਰੈਂਟਲ ਆਪਰੇਟਰਾਂ ਦੇ ਸਰਕਾਰੀ ਸਬੰਧਾਂ ਦੇ ਮੈਂਬਰ ਸੇਵਾਵਾਂ ਦੇ ਉਪ ਪ੍ਰਧਾਨ ਕ੍ਰੈਗ ਹੈਰੋਟਾ ਦਾ ਕਹਿਣਾ ਹੈ ਕਿ ਰੈਂਟਲ ਕਾਰ ਆਪਰੇਟਰਾਂ ਦੇ ਕੋਲ ਪਿਛਲੇ ਸਾਲ ਦੇ ਮੁਕਾਬਲੇ ਹੁਣ ਵਧੇਰੇ ਵਸਤੂਆਂ ਨੇ, ਪਰ ਇਸ ਨੂੰ ਕੋਵਿਡ ਦੀ ਰਾਹਤ ਦੇ ਵਿਚਕਾਰ ਪੈਂਟ ਅਪ ਯਾਤਰਾ ਦੀ ਮੰਗ ਵਿੱਚ ਵਾਧੇ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ। ਰੈਂਟਲ ਕਾਰ ਆਪਰੇਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਫਲੀਟਾਂ ਨੂੰ ਭਰਨ ਲਈ ਕ੍ਰੀਏਟਿਵ ਹੋਣਾ ਪਿਆ। ਕੁਝ ਸਥਾਨਕ ਕਾਰ ਡੀਲਰਸ਼ਿਪ ਤੋਂ ਇੱਕ ਸਮੇਂ ਦੇ ਵਿੱਚ 1 ਜਾਂ 2 ਯੂਨਿਟ ਖਰੀਦ ਰਹੇ ਨੇ, ਜਦੋਂ ਕਿ ਦੂਜੇ ਥੋਕ ਨਿਲਾਮੀ ਤੋਂ ਹਲਕੇ ਵਰਤੇ ਵਾਹਨ ਪ੍ਰਾਪਤ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹ ਵੱਧ ਤੋਂ ਵੱਧ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਲੱਭ ਰਹੇ ਨੇ ਤੇ ਉਹ ਆਪਣੇ ਨਿਰਮਾਣ ਭਾਗੀਦਾਰਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਉਹਨਾਂ ਨੂੰ ਜੋ ਵੀ ਪ੍ਰਾਪਤ ਕੀਤਾ ਉਹ ਉਹਨਾਂ ਤੋਂ ਹਾਸਲ ਕਰਾਂਗੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।